ਜੇ ਤੁਸੀਂ ਕੋਈ ਕੰਮ ਕੰਪਿਊਟਰ ਕੋਲੋਂ ਬਾਰ-ਬਾਰ ਕਰਾਉਣਾ ਚਾਹੁੰਦੇ ਹੋ, ਜਦੋਂ ਤੱਕ ਕੋਈ ਕੰਡੀਸ਼ਨ ਟਰੂ ਹੈ, ਮਤਲਬ ਜਦੋਂ ਤੱਕ ਉਹ ਕੰਡੀਸ਼ਨ ਮੀਟ ਹੋ ਰਹੀ ਹੈ, ਉਦੋਂ ਤੱਕ ਉਹ ਕੰਮ ਬਾਰ-ਬਾਰ ਕਰਾਉਣਾ ਚਾਹੁੰਦੇ ਹੋ, ਤੇ ਉਹਦੇ ਲਈ ਆਪਾਂ ਲੂਪਸ ਯੂਜ਼ ਕਰਦੇ ਹਾਂ। ਠੀਕ ਹੈ, ਜਾਵਾ ਦੇ ਵਿੱਚ ਵੀ ਸਾਨੂੰ ਚਾਰ ਤਰੀਕੇ ਦੇ ਲੂਪਸ ਨੇ: ਫॉर, ਵਾਈਲ, ਡੂ ਵਾਈਲ ਤੇ ਫॉर ਈਚ। ਤੇ ਆਪਾਂ ਇੱਕ ਇੱਕ ਕਰਕੇ ਇਹਨਾਂ ਦੇ ਬਾਰੇ ਗੱਲ ਕਰਦੇ ਹਾਂ। ਜੇ ਤੁਹਾਨੂੰ ਮੰਨ ਲਓ ਹੈਲੋ ਵਰਲਡ ਨੂੰ 1000 ਵਾਰੀ ਪ੍ਰਿੰਟ ਕਰਨਾ ਹੈ ਸਕਰੀਨ ਤੇ, ਇੱਕ ਤਰੀਕਾ ਤੇ ਉਹਨੂੰ ਕਰਨ ਦਾ ਇਹ ਹੈ ਕਿ ਤੁਸੀਂ 1000 ਵਾਰੀ ਹੈਲੋ ਵਰਲਡ ਸਟੇਟਮੈਂਟਸ system.out.println ਲਿਖਦੇ ਜਾਵੋ। ਠੀਕ ਹੈ, ਪਰ ਜੇ ਕੱਲ ਨੂੰ ਤੁਹਾਡਾ ਮੈਨੇਜਰ ਆ ਕੇ ਕਹੇ ਕਿ ਨਹੀਂ ਹੁਣ 1000 ਨਹੀਂ, ਇਹਨੂੰ 10000 ਵਾਰੀ ਕਰਨਾ ਹੈ, ਤਾਂ ਫਿਰ ਤੁਸੀਂ ਸਿਰ ਫੜ ਲਓਗੇ ਕਿ ਯਾਰ ਇਹ ਕੀ ਕੰਮ ਦੇ ਦਿੱਤਾ। ਮਤਲਬ 1000 ਵਾਰੀ ਪਹਿਲੇ ਮੈਂ ਉਹਨੂੰ ਲਿਖਿਆ, ਹੁਣ ਮੈਂ ਉਹਨੂੰ ਹੋਰ 9000 ਵਾਰੀ ਲਿਖਾਂ। ਤੇ ਇਹਨੂੰ ਕਰਨ ਦਾ ਸੌਖਾ ਤਰੀਕਾ ਹੈਗਾ ਲੂਪਸ। ਇੱਥੇ ਆਪਾਂ ਫॉर ਲੂਪ ਯੂਜ਼ ਕਰਾਂਗੇ। ਫॉर ਲੂਪ ਲਿਖਣ ਦਾ ਤਰੀਕਾ ਹੈ, ਪਹਿਲੇ ਇਨੀਸ਼ੀਅਲਾਈਜੇਸ਼ਨ, ਫਿਰ ਕੰਡੀਸ਼ਨ ਦੇ ਬਾਅਦ ਉਹ ਸਟੇਟਮੈਂਟਸ ਨੂੰ ਐਗਜ਼ੀਕਿਊਟ ਕਰਦਾ ਹੈ ਅਗਰ ਕੰਡੀਸ਼ਨ ਟਰੂ ਹੈ ਤਾਂ, ਔਰ ਫਿਰ ਉਹ ਇਨਕਰੀਮੈਂਟ ਜਾਂ ਡਿਕਰੀਮੈਂਟ ਕਰਦਾ ਹੈ, ਔਰ ਫਿਰ ਕੰਡੀਸ਼ਨ ਨੂੰ ਚੈੱਕ ਕਰਦਾ ਹੈ। ਮਤਲਬ ਜੇ ਆਪਾਂ 1000 ਵਾਰੀ ਹੈਲੋ ਵਰਲਡ ਲਿਖਣਾ ਹੈ ਤਾਂ ਪਹਿਲੇ ਆਪਾਂ ਇਨੀਸ਼ੀਅਲਾਈਜ਼ ਕੀਤਾ i = 1। ਠੀਕ ਹੈ, ਫਿਰ ਕੰਡੀਸ਼ਨ ਟਰੂ ਹੈ, i <= 1000। ਹਾਂ, ਕੰਡੀਸ਼ਨ ਟਰੂ ਹੈ, ਔਰ ਫਿਰ ਉਸ ਤੋਂ ਬਾਅਦ ਉਹਨੇ ਇੱਥੇ ਸਟੇਟਮੈਂਟ ਨੂੰ ਪ੍ਰਿੰਟ ਕੀਤਾ। ਠੀਕ ਹੈ, ਔਰ ਫਿਰ ਫੋਰਥ ਸਟੈਪ ਹੈ ਕਿ ਉਹ i++ ਕਰੇਗਾ। ਹੁਣ i ਦੀ ਵੈਲਿਊ ਉਹ 2 ਕਰ ਦੇਗਾ। 2 ਫਿਰ ਤੋਂ ਚੈੱਕ ਕਰੇਗਾ, 2 ਇਜ਼ ਲੈਸ ਦੈਨ 1000, ਟਰੂ ਹੈ। ਤੇ ਫਿਰ ਇੱਧਰੋਂ ਸਟੇਟਮੈਂਟ ਪ੍ਰਿੰਟ ਕਰੇਗਾ। ਫਿਰ ਪ੍ਰਿੰਟ ਕਰਾਉਣ ਦੇ ਬਾਅਦ ਫਿਰ ਤੋਂ i ਨੂੰ ਇਨਕਰੀਮੈਂਟ ਕਰੇਗਾ। ਫਿਰ i ਦੀ ਵੈਲਿਊ 3 ਹੋਈ, ਤੇ ਇੱਦਾਂ ਹੈ 1000 ਤੱਕ ਹੈਲੋ ਵਰਲਡ ਪ੍ਰਿੰਟ ਹੋਣਗੇ, ਔਰ ਫਿਰ ਜਦੋਂ i ਦੀ ਵੈਲਿਊ 1001 ਹੋ ਜਾਏਗੀ, ਉਦੋਂ ਇਹ ਲੂਪ ਤੋਂ ਬਾਹਰ ਆ ਜਾਏਗਾ। ਤੇ ਇੱਦਾਂ ਫॉर ਲੂਪ ਕੰਮ ਕਰਦਾ ਹੈ। ਇਹਨੂੰ ਆਪਾਂ ਇਸ ਤਰ੍ਹਾਂ ਦੇ ਕੰਮ ਕਰਨ ਲਈ ਯੂਜ਼ ਕਰ ਸਕਦੇ ਹਾਂ ਜਿੱਥੇ ਆਪਾਂ ਨੂੰ ਪਹਿਲੇ ਤੋਂ ਪਤਾ ਹੈ ਕਿ ਇਹ ਕੰਮ ਨੂੰ ਕਿੰਨੀ ਵਾਰੀ ਕਰਨਾ ਹੈ। ਠੀਕ ਹੈ, ਤੇ ਉਹਦੇ ਲਈ ਆਪਾਂ ਫॉर ਲੂਪ ਯੂਜ਼ ਕਰਦੇ ਹਾਂ। ਹੁਣ ਜੇ ਆਪਾਂ ਫॉर ਲੂਪ ਦੇ ਅੰਦਰ ਇੱਕ ਫॉर ਲੂਪ ਪਾ ਦਿੱਤਾ, ਠੀਕ ਹੈ, ਤੇ ਉਹਨੂੰ ਆਪਾਂ ਨੈਸਟਡ ਫॉर ਲੂਪ ਕਹਿੰਦੇ ਹਾਂ। ਮਤਲਬ ਇੱਕ ਫॉर ਲੂਪ ਹੈ ਔਰ ਉਹਦੇ ਅੰਦਰ ਦੂਜਾ ਫॉर ਲੂਪ ਪਾ ਦਿੱਤਾ ਹੈਗਾ। ਤੇ ਇਹ ਜਨਰਲੀ ਆਪਾਂ ਮੈਟ੍ਰਿਕਸ, ਗ੍ਰਿਡਸ ਜਾਂ ਟੇਬਲਸ ਵਿੱਚ ਯੂਜ਼ ਕਰਦੇ ਹਾਂ। ਮਤਲਬ ਜਿੱਥੇ ਰੋ ਔਰ ਕਾਲਮ ਦਿੱਤੇ ਗਏ ਨੇ, ਉੱਥੇ ਆਪਾਂ ਕੀ ਕਰਦੇ ਹਾਂ, ਜਿਹੜਾ ਬਾਹਰ ਦਾ ਲੂਪ ਹੈਗਾ ਉਹ ਆਪਣਾ ਰੋ ਦੇ ਉੱਤੇ ਆਈਟਰੇਟ ਕਰੇਗਾ, ਔਰ ਜਿਹੜਾ ਅੰਦਰ ਦਾ ਲੂਪ ਹੈ ਉਹ ਕਾਲਮਸ ਦੇ ਉੱਤੇ ਆਈਟਰੇਟ ਕਰੇਗਾ। ਮਤਲਬ ਹਰ ਇੱਕ ਰੋ ਦੀ ਹਰ ਇੱਕ ਕਾਲਮ ਦੇ ਲਈ ਅੰਦਰ ਵਾਲਾ ਲੂਪ ਆਈਟਰੇਟ ਕਰ ਰਿਹਾ ਹੈ ਔਰ ਬਾਹਰ ਵਾਲਾ ਰੋਜ਼ ਦੇ ਉੱਤੇ ਆਈਟਰੇਟ ਕਰ ਰਿਹਾ ਹੈ। ਠੀਕ ਹੈ, ਇਹਨੂੰ ਸਮਝਣ ਦੇ ਲਈ ਜੇ ਆਪਾਂ ਇੱਕ ਮੈਟ੍ਰਿਕਸ ਇਸ ਤਰ੍ਹਾਂ ਦੀ ਪ੍ਰਿੰਟ ਕਰਨੀ ਹੈ ਸਟਾਰਸ ਦੀ, ਠੀਕ ਹੈ, ਤੇ ਇੱਥੇ ਸਟਾਰਸ ਦੀ ਇਹ ਮੈਟ੍ਰਿਕਸ ਹੈ ਜਿਹਦੇ ਵਿੱਚ 6 ਰੋ ਨੇ ਤੇ 6 ਕਾਲਮ ਨੇ। ਹੁਣ ਆਪਾਂ 6 ਰੋ ਪ੍ਰਿੰਟ ਕਰਨੀ ਹੈ, ਤੇ ਮੈਂ ਬਾਹਰ ਦਾ ਲੂਪ ਲਿਖਿਆ i = 1 ਤੋਂ i <= 6 ਤੱਕ i++, ਔਰ ਅੰਦਰ ਦਾ ਕਾਲਮ ਵੀ 6 ਨੇ, ਤੇ j = 1 ਤੋਂ j <= 6 j++। ਤੇ ਹੁਣ i1 ਦੇ ਲਈ ਇਹ ਪਹਿਲੇ ਅੰਦਰ ਜਾਏਗਾ ਲੂਪ ਵਿੱਚ, j ਦੀ ਵੈਲਿਊ 1 ਇਨੀਸ਼ੀਅਲਾਈਜ਼ ਕਰੇਗਾ, ਫਿਰ j <= 6 ਚੈੱਕ ਕੀਤਾ, ਸਟਾਰ ਔਰ ਸਪੇਸ ਪ੍ਰਿੰਟ ਕੀਤਾ। ਠੀਕ ਹੈ, ਫਿਰ ਸਟਾਰ ਔਰ ਸਪੇਸ ਪ੍ਰਿੰਟ ਕਰਨ ਦੇ ਬਾਅਦ j++ ਹੋਇਆ, ਤੇ ਇੱਦਾਂ ਇਹਨੇ 6 ਵਾਰੀ ਇਹ ਸਟਾਰਸ ਨੂੰ ਪ੍ਰਿੰਟ ਕਰਨਾ ਹੈ। ਠੀਕ ਹੈ, ਇੱਥੇ ਮੈਂ ਜਿਹੜੇ ਡੈਸ਼ ਲਗਾ ਰਿਹਾ ਸਪੇਸ ਹੈ, ਔਰ ਫਿਰ ਜਦੋਂ j ਦੀ ਵੈਲਿਊ 7 ਹੋ ਗਈ ਤਾਂ ਇਹ ਇਨਰ ਲੂਪ ਤੋਂ ਬਾਹਰ ਆਏਗਾ, ਔਰ ਫਿਰ ਜਿਹੜਾ ਹੈ system.out.println ਲਿਖਿਆ ਹੋਇਆ ਆਪਾਂ ਅਗਲੀ ਲਾਈਨ ਤੇ, ਇਹਨੇ ਉਹ ਪ੍ਰਿੰਟ ਕਰਨਾ ਹੈ, ਤੇ ਇਹ ਨੈਕਸਟ ਲਾਈਨ ਤੇ ਕਰਸਰ ਨੂੰ ਲੈ ਕੇ ਆ ਜਾਏਗਾ। ਔਰ ਇੱਥੇ ਫਿਰ ਤੋਂ i2 ਦੇ ਲਈ j ਦੀ ਵੈਲਿਊ 1 ਤੋਂ j ਦੀ ਵੈਲਿਊ 6 ਤੱਕ ਆਈਟਰੇਟ ਕਰੇਗਾ, ਤੇ ਇਸ ਤਰ੍ਹਾਂ ਇਹ ਐਗਜ਼ੀਕਿਊਟ ਕਰਕੇ ਪੂਰਾ ਇਹ ਮੈਟ੍ਰਿਕਸ ਫਾਰਮ ਵਿੱਚ ਸਟਾਰਸ ਦਾ ਮੈਟ੍ਰਿਕਸ ਸਾਨੂੰ ਬਣਾ ਕੇ ਦੇਗਾ। ਠੀਕ ਹੈ, ਤੇ ਇਹ ਆਪਾਂ ਹੋਰ ਸਮਝਾਂਗੇ। ਇਹਦੇ ਵਿੱਚ ਆਪਾਂ ਬ੍ਰੇਕ ਔਰ ਕੰਟੀਨਿਊ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ। ਮਤਲਬ ਜੇ ਮੰਨ ਲਓ ਕਿ ਮੈਂ 2 ਹੀ ਰੋ ਪ੍ਰਿੰਟ ਕਰਨੀ ਹੈ, ਬਾਕੀ ਦੀ ਰੋਜ਼ ਪ੍ਰਿੰਟ ਨਹੀਂ ਕਰਨੀ ਹੈ, ਤਾਂ ਮੈਂ ਕਿਸ ਤਰ੍ਹਾਂ ਬ੍ਰੇਕ ਕਰ ਸਕਦਾ ਜਾਂ ਕੰਟੀਨਿਊ ਕਿਸ ਤਰ੍ਹਾਂ ਕਰ ਸਕਦਾ, ਇਹ ਆਪਾਂ ਡੈਮੋ ਵਿੱਚ ਵੇਖਾਂਗੇ। ਤੇ ਡੈਮੋ ਮੈਂ ਵਾਈਲ ਔਰ ਡੂ ਵਾਈਲ ਸਮਝਾਉਣ ਦੇ ਬਾਅਦ ਡੈਮੋ ਤੇ ਲੈ ਕੇ ਚਲਾਂਗਾ। ਹੁਣ ਜੇ ਆਪਾਂ ਨੂੰ ਫॉर ਲੂਪ ਵਿੱਚ ਕੀ ਸੀ, ਆਪਾਂ ਨੂੰ ਪਤਾ ਸੀਗਾ ਕਿ ਉਹ ਆਪਾਂ ਨੇ ਕਿੰਨੀ ਵਾਰੀ ਰਨ ਕਰਨਾ ਹੈ, ਮਤਲਬ ਹੈਲੋ ਵਰਲਡ ਨੂੰ 1000 ਵਾਰੀ ਪ੍ਰਿੰਟ ਕਰਨਾ ਹੈ। ਠੀਕ ਹੈ, ਪਰ ਜੇ ਆਪਾਂ ਨੂੰ ਬਿਫੋਰ ਹੈਂਡ ਨਹੀਂ ਪਤਾ ਕਿ ਆਪਣੇ ਆਈਟਰੇਸ਼ਨਸ ਕਿੰਨੇ ਚੱਲਣਗੇ, ਠੀਕ ਹੈ, ਤੇ ਆਪਾਂ ਉਹ ਵਾਲੇ ਕੇਸਿਸ ਵਿੱਚ ਆਪਾਂ ਵਾਈਲ ਲੂਪ ਯੂਜ਼ ਕਰਦੇ ਹਾਂ। ਤੇ ਵਾਈਲ ਲੂਪ ਵਿੱਚ ਕੀ ਕਰਦੇ ਹਾਂ, ਉਹਨੂੰ ਆਪਾਂ ਰਿਪੀਟ ਕਰਦੇ ਹਾਂ ਜਦੋਂ ਤੱਕ ਕਿ ਕੰਡੀਸ਼ਨ ਚੇਂਜ ਨਹੀਂ ਹੋ ਜਾਂਦੀ। ਠੀਕ ਹੈ, ਮਤਲਬ ਜਿਵੇਂ
ਆਪਾਂ ਮੰਨ ਲਓ ਯੂਜ਼ਰ ਤੋਂ ਇਨਪੁਟ ਲੈ ਰਹੇ ਹਾਂ ਨੰਬਰ, ਠੀਕ ਹੈ, ਔਰ ਨੰਬਰ ਇਨਪੁਟ ਲੈਂਦੇ ਜਾ ਰਹੇ ਹਾਂ, ਔਰ ਜੇ ਯੂਜ਼ਰ ਪੋਜ਼ਿਟਿਵ ਨੰਬਰ ਇਨਪੁਟ ਦੇ ਰਿਹਾ ਹੈ ਤਾਂ ਆਪਾਂ ਉਹਦਾ ਸਮ ਕਰਦੇ ਜਾਵਾਂਗੇ, ਔਰ ਜੇ ਯੂਜ਼ਰ ਨੇ -1 ਐਂਟਰ ਕੀਤਾ ਤਾਂ ਉੱਥੇ ਆਪਾਂ ਲੂਪ ਤੋਂ ਬਾਹਰ ਆ ਜਾਵਾਂਗੇ, ਉਹਨੂੰ ਐਡ ਨਹੀਂ ਕਰਾਂਗੇ। ਮਤਲਬ -2 -3 ਵੀ ਆਪਾਂ ਐਡ ਕਰਾਂਗੇ, ਪਰ ਜੇ ਉਸ ਲੂਪ ਤੋਂ ਬਾਹਰ ਆਣਾ ਹੈ ਤੇ -1 ਆਪਣਾ ਕੰਡੀਸ਼ਨ ਹੋ ਗਈ ਕਿ -1 ਤੇ ਆਪਾਂ ਲੂਪ ਤੋਂ ਬਾਹਰ ਆ ਜਾਵਾਂਗੇ। ਤੇ ਇਹ ਕਰਨ ਲਈ ਆਪਾਂ ਕੀ ਕਰਾਂਗੇ, ਇੱਕ ਇਨੀਸ਼ੀਅਲਾਈਜ਼ ਕੀਤਾ ਵੇਰੀਏਬਲ n, ਠੀਕ ਹੈ, 0 ਤੇ ਹੁਣ n ਦੀ ਵੈਲਿਊ 0 ਹੈ ਤੇ 0 ਇਜ਼ ਨਾਟ ਇਕੁਅਲ ਟੂ -1, ਇਹ ਵਾਈਲ ਲੂਪ ਦੇ ਅੰਦਰ ਜਾਏਗਾ, ਠੀਕ ਹੈ। ਫਿਰ n ਦੀ ਵੈਲਿਊ ਜੋ ਯੂਜ਼ਰ ਨੇ ਇਨਪੁਟ ਦਿੱਤਾ ਉਹ ਅਸਾਈਨ ਹੋਏਗੀ, ਔਰ ਫਿਰ ਇਹ ਚੈੱਕ ਕਰੇਗਾ ਕਿ n ਦੀ ਵੈਲਿਊ -1 ਨਹੀਂ ਹੈ ਤਾਂ ਇਹ ਸਮ ਵਿੱਚ ਐਡ ਕਰ ਦੇਗਾ। ਤੇ ਇਹ ਜਿਹੜਾ ਇਫ ਹੈ ਇਹ ਸਮ ਵਿੱਚ ਐਡ ਕਰਨ ਲਈ ਚੈੱਕ ਕਰਨ ਲਈ ਜ਼ਰੂਰੀ ਹੈ। ਜਿਹੜਾ ਲੂਪ ਤੋਂ ਐਗਜ਼ਿਟ ਕਰਨ ਲਈ ਹੈ ਉਹ ਇਹ ਕੰਡੀਸ਼ਨ ਹੈ, ਜਿੱਦਾਂ ਹੀ ਯੂਜ਼ਰ ਨੇ n -1 ਐਂਟਰ ਕੀਤਾ ਤੇ ਉਦੋਂ ਸਮ ਵਿੱਚ ਵੀ ਐਡ ਨਹੀਂ ਹੋਏਗਾ, ਔਰ ਫਿਰ ਇਹ ਵਾਈਲ ਲੂਪ ਤੇ n ਇਜ਼ ਨਾਟ ਇਕੁਅਲ ਟੂ -1 ਜਿਹੜੀ ਕੰਡੀਸ਼ਨ ਹੈ ਇਹ ਫਾਲਸ ਹੋ ਜਾਏਗੀ ਤੇ ਵਾਈਲ ਲੂਪ ਤੋਂ ਬਾਹਰ ਆ ਜਾਏਗਾ, ਠੀਕ ਹੈ। ਤੇ ਇਹ ਤੇ ਹੋਈ ਵਾਈਲ ਲੂਪ ਦੀ ਗੱਲ। ਤੇ ਇਹਦੀ ਐਪਲੀਕੇਸ਼ਨਸ ਜਿਵੇਂ ਆਪਾਂ ਲੈਟਸ ਸੇ ਕਿ ਨੰਬਰ ਆਫ ਡਿਜਿਟਸ ਫਾਈਂਡ ਕਰਨੀ ਹੈ ਕਿਸੇ ਨੰਬਰ ਵਿੱਚ, ਹੈ ਨਾ, ਤੇ ਆਪਾਂ ਹਰ ਵਾਰੀ ਉਸ ਨੰਬਰ ਨੂੰ 10 ਨਾਲ ਡਿਵਾਈਡ ਕਰਦੇ ਜਾਵਾਂਗੇ ਔਰ ਇੱਕ ਵੇਰੀਏਬਲ ਨੂੰ ਇਨਕਰੀਮੈਂਟ ਕਰਦੇ ਜਾਵਾਂਗੇ ਜਿਹੜਾ ਨੰਬਰ ਆਫ ਡਿਜਿਟਸ ਕੱਢ ਰਿਹਾ ਹੈ, ਠੀਕ ਹੈ। ਤੇ ਇੱਕ ਤਰੀਕਾ ਹੈ ਹੋ ਗਿਆ, ਜਾਂ ਫਿਰ ਉਸ ਨੰਬਰ ਨੂੰ ਰਿਵਰਸ ਕਰਨਾ ਹੈ ਤੇ ਹਰ ਵਾਰੀ ਨੰਬਰ ਨੂੰ ਮਤਲਬ 10 ਨਾਲ ਡਿਵਾਈਡ ਕਰਦੇ ਜਾਵਾਂਗੇ ਔਰ ਉਹਦਾ 10 ਤੇ ਮੋਡ ਲੈ ਕੇ ਉਹਨੂੰ ਮਲਟੀਪਲਾਈ ਕਰਕੇ ਰਿਵਰਸ ਨੰਬਰ ਵੀ ਫਾਈਂਡ ਕਰਾਂਗੇ। ਤੇ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਨੇ ਜਿੱਥੇ ਆਪਾਂ ਨੂੰ ਪਤਾ ਨਹੀਂ ਹੈ ਕਿ ਉਹ ਲੂਪ ਨੂੰ ਕਿੰਨੀ ਵਾਰੀ ਰਨ ਕਰਨਾ ਹੈ, ਉੱਥੇ ਆਪਾਂ ਵਾਈਲ ਲੂਪ ਯੂਜ਼ ਕਰਦੇ ਹਾਂ, ਠੀਕ ਹੈ। ਹੁਣ ਗੱਲ ਕਰਦੇ ਹਾਂ ਡੂ ਵਾਈਲ ਲੂਪ ਦੀ। ਤੇ ਵਾਈਲ ਔਰ ਡੂ ਵਾਈਲ ਵਿੱਚ ਇਹ ਫਰਕ ਹੈ ਕਿ ਡੂ ਵਾਈਲ ਮਤਲਬ ਇੱਕ ਵਾਰੀ ਤੇ ਜ਼ਰੂਰ ਰਨ ਕਰੇਗਾ, ਰਨ ਐਟਲੀਸਟ ਵਨਸ। ਮਤਲਬ ਇੱਥੇ ਅਗਰ ਪਹਿਲੀ ਵਾਰੀ ਵਿੱਚ ਹੀ ਯੂਜ਼ਰ n ਨੂੰ -1 ਐਂਟਰ ਕਰ ਦਿੰਦਾ ਤਾਂ ਇਹ ਵਾਈਲ ਲੂਪ ਤੇ ਬਾਹਰ ਆ ਜਾਂਦਾ, ਪਰ ਇੱਧਰ ਤੇ ਇਹ ਮਤਲਬ ਇੱਕ ਵਾਰੀ ਤੇ ਜ਼ਰੂਰ ਰਨ ਕਰੇਗਾ। ਤੇ ਜਿਵੇਂ ਆਪਾਂ ਲਿਖਿਆ ਡੂ ਤੇ ਇਹ ਸਟੇਟਮੈਂਟਸ ਪ੍ਰਿੰਟ ਕਰੇਗਾ, ਫਿਰ ਯੂਜ਼ਰ ਤੋਂ ਚੋਇਸ ਲਿੱਤੀ ਔਰ ਚੋਇਸ ਜੇ 1 ਜਾਂ 3 ਦੇ ਵਿੱਚ ਨਹੀਂ ਹੈ ਤਾਂ ਮਤਲਬ ਆਪਾਂ ਇਨਵੈਲਿਡ ਆਪਸ਼ਨ ਦੇ ਰਹੇ ਹਾਂ, ਔਰ ਵਾਈਲ ਲੂਪ ਵਿੱਚ ਚੋਇਸ ਚੈੱਕ ਕਰ ਰਹੇ ਹਾਂ, ਅਗਰ ਉਹ 1 ਔਰ 3 ਦੇ ਵਿੱਚ ਨਹੀਂ ਹੈ ਤਾਂ ਤੱਕ ਆਪਾਂ ਆਈਟਰੇਟ ਕਰਦੇ ਜਾ ਰਹੇ ਹਾਂ। ਮਤਲਬ ਜਾਂ ਤੇ ਯੂਜ਼ਰ ਲਾਈਕ ਗੇਮ ਸਟਾਰਟ ਕਰੇ ਜਾਂ ਕੋਈ ਆਪਸ਼ਨਸ ਤੇ ਸਿਲੈਕਟ ਕਰੇ ਜਾਂ ਐਗਜ਼ਿਟ ਕਰੇ। ਤੇ ਇਹ ਮਤਲਬ ਡੂ ਵਾਈਲ ਇੱਦਾਂ ਹੈ ਕਿ ਡੂ ਜਿਹੜਾ ਸਟੇਟਮੈਂਟ ਹੈ ਉਹ ਇੱਕ ਵਾਰੀ ਰਨ ਕਰੇਗਾ ਹੀ ਕਰੇਗਾ, ਉਸ ਤੋਂ ਬਾਅਦ ਮਤਲਬ ਵਾਈਲ ਦੀ ਕੰਡੀਸ਼ਨ ਤੇ ਡਿਪੈਂਡ ਕਰਦਾ ਹੈ ਕਿ ਉਹ ਲੂਪ ਹੋਰ ਚੱਲੇਗਾ ਜਾਂ ਨਹੀਂ ਚੱਲੇਗਾ, ਠੀਕ ਹੈ। ਤੇ ਹੁਣ ਗੱਲ ਕਰਦੇ ਹਾਂ ਫॉर ਈਚ ਦੀ। ਹੁਣ ਜੇ ਤਾਂ ਆਪਣੇ ਕੋਲ ਇੱਕ ਐਰੇ ਹੈ ਜਾਂ ਕੋਈ ਕਲੈਕਸ਼ਨ ਹੈ, ਠੀਕ ਹੈ, ਔਰ ਆਪਾਂ ਨੂੰ ਸਿਰਫ ਉਹਦੀ ਵੈਲਿਊਜ਼ ਨਾਲ ਮਤਲਬ ਹੈ, ਮਤਲਬ ਜੇ ਆਪਾਂ ਨੂੰ ਐਰੇ ਦਿੱਤਾ ਹੋਇਆ ਔਰ ਉਹਦੇ ਐਲੀਮੈਂਟਸ ਦਾ ਸਮ ਕੱਢਣਾ ਹੈ ਤੇ ਇੱਥੇ ਆਪਾਂ ਨੂੰ ਇੰਡੈਕਸ ਦੀ ਲੋੜ ਨਹੀਂ ਹੈ, ਮਤਲਬ ਇੰਡੈਕਸ ਮੈਨੇਜ ਕਰਨ ਦੀ ਲੋੜ ਨਹੀਂ ਹੈ। ਤੇ ਉਹਦੇ ਲਈ ਸੌਖਾ ਤਰੀਕਾ ਦਿੱਤਾ ਹੈ ਜਾਵਾ ਨੇ ਕਿ ਤੁਸੀਂ ਉਸ ਐਰੇ ਤੇ ਡਾਇਰੈਕਟਲੀ ਇੰਟ n :nums, ਮਤਲਬ ਨਮਸ ਇੱਥੇ ਐਰੇ ਹੈ ਤੇ n ਜਿਹੜਾ ਹੈ ਉਹ ਹਰ ਆਈਟਰੇਸ਼ਨ ਵਿੱਚ ਉਹਦੀ ਵੈਲਿਊ ਪਹਿਲੀ ਆਈਟਰੇਸ਼ਨ ਵਿੱਚ 1, ਦੂਜੀ ਆਈਟਰੇਸ਼ਨ ਵਿੱਚ 2, ਫਿਰ ਤੀਜੀ ਆਈਟਰੇਸ਼ਨ ਵਿੱਚ 3, ਇਸ ਤਰ੍ਹਾਂ n ਦੀ ਵੈਲਿਊ ਅਪਡੇਟ ਹੁੰਦੀ ਜਾਏਗੀ। ਔਰ ਇੱਥੇ ਆਪਾਂ ਸਮ ਇੱਕ ਵੇਰੀਏਬਲ ਲਿਆ ਤੇ ਸਮ ਦੇ ਅੰਦਰ ਆਪਾਂ ਉਹਨੂੰ ਐਡ ਕਰਦੇ ਜਾ ਰਹੇ ਹਾਂ n ਨੂੰ, ਮਤਲਬ ਸਮ ਪਲੱਸ ਇਕੁਅਲ ਟੂ n ਦਾ ਮਤਲਬ ਹੈ ਸਮ ਇਜ਼ ਇਕੁਅਲ ਟੂ ਸਮ ਪਲੱਸ n, ਠੀਕ ਹੈ। ਔਰ ਫਿਰ ਉਸ ਤੋਂ ਬਾਅਦ ਆਪਾਂ ਉਹਨੂੰ ਪ੍ਰਿੰਟ ਕਰ ਰਹੇ ਹਾਂ। ਤੇ ਇਹਦਾ ਆਪਾਂ ਹੁਣ ਡੈਮੋ ਵੇਖ ਲੈਂਦੇ ਹਾਂ। ਡੈਮੋ ਦੇ ਵਿੱਚ ਜਿਹੜਾ ਹੈ ਫॉर ਲੂਪ ਹੈ, ਮੈਂ ਇੱਥੇ n ਦੀ ਵੈਲਿਊ 1000 ਦੇ ਦਿੱਤੀ, ਠੀਕ ਹੈ, ਕਿਉਂਕਿ ਮੈਂ ਦੱਸਣਾ ਚਾਹੁੰਦਾ ਕਿ ਜੇ ਤਾਂ ਆਪਾਂ ਕੋਈ ਫੰਕਸ਼ਨ ਲਿਖਿਆ ਹੈ, ਠੀਕ ਹੈ, ਔਰ ਇਹ ਨੰਬਰ ਆਪਾਂ ਕਿਸੇ ਫੰਕਸ਼ਨ ਤੋਂ ਲੈ ਰਹੇ ਹਾਂ n, ਔਰ ਕਿਸੇ ਨੇ ਇਹਨੂੰ 10,000 ਜਾਂ 20,000 ਜਾਂ 1 ਲੱਖ ਪਾ ਦਿੱਤਾ, ਠੀਕ ਹੈ। ਤੇ ਆਪਾਂ ਇੱਥੇ ਕੰਡੀਸ਼ਨ ਪਾ ਸਕਦੇ ਹਾਂ ਇਫ i ਇਜ਼, ਲੈਟਸ ਸੇ ਆਪਾਂ ਉਹਨੂੰ ਹਮੇਸ਼ਾ ਬਸ 5 ਵਾਰੀ ਪ੍ਰਿੰਟ ਕਰਨਾ ਹੈ, ਠੀਕ ਹੈ, 4 ਵਾਰੀ। ਇਫ i ਇਜ਼ ਗ੍ਰੇਟਰ ਦੈਨ 5 ਤਾਂ ਇਹ ਬ੍ਰੇਕ, ਮਤਲਬ ਇਹ 4 ਵਾਰੀ ਪ੍ਰਿੰਟ ਕਰੇਗਾ। ਜੇ i ਗ੍ਰੇਟਰ ਦੈਨ ਇਕੁਅਲ ਟੂ 5 ਕਰ ਦਾਂਗੇ ਤਾਂ ਇਹ 5 ਵਾਰੀ ਪ੍ਰਿੰਟ ਕਰੇਗਾ, ਠੀਕ ਹੈ। n ਦੀ ਵੈਲਿਊ 1000 ਹੈ, ਪਰ ਇੱਥੇ ਆਪਾਂ i ਇਜ਼ ਗ੍ਰੇਟਰ ਦੈਨ ਇਕੁਅਲ ਟੂ 5 ਤੇ ਬ੍ਰੇਕ ਪਾ ਦਿੱਤਾ। ਤੇ ਬ੍ਰੇਕ ਦਾ ਮਤਲਬ ਹੁੰਦਾ ਹੈ ਕਿ ਇਹ ਇੱਥੇ ਹੀ ਇਸ ਕੰਡੀਸ਼ਨ ਨੂੰ ਮੈਚ ਕਰ ਗਿਆ ਤੇ ਇਹ ਲੂਪ ਤੋਂ ਬਾਹਰ ਆ ਜਾਏਗਾ, ਠੀਕ ਹੈ। ਤੇ ਇਹ i ਗ੍ਰੇਟਰ ਦੈਨ ਇਕੁਅਲ ਟੂ 5 ਆਪਾਂ ਇੱਥੇ ਪਾਇਆ ਹੈ ਤਾਂ ਇਹਨੂੰ ਇਹ 4 ਵਾਰੀ ਪ੍ਰਿੰਟ ਕਰੇਗਾ, ਔਰ i ਜਦੋਂ 5 ਹੋ ਗਿਆ ਤਾਂ ਇਹ ਵੀ ਪ੍ਰਿੰਟ ਨਹੀਂ ਕਰੇਗਾ ਔਰ ਇਹ ਲੂਪ ਤੋਂ ਬਾਹਰ ਆ ਜਾਏਗਾ, ਠੀਕ ਹੈ। ਹੁਣ
ਇਹ ਜਿਹੜਾ ਮੈਂ ਲਿਆ ਸੀਗਾ, ਇਹ ਆਪਣਾ ਮੈਟ੍ਰਿਕਸ ਸਟਾਰਸ ਵਾਲਾ ਪ੍ਰਿੰਟ ਕਰਾਉਣ ਲਈ ਮੈਨੂੰ ਕਮੈਂਟ ਕਰ ਦਿੱਤਾ। ਪਹਿਲੇ ਆਪਾਂ ਇੰਨੇ ਚਲਾ ਕੇ ਵੇਖਦੇ ਹਾਂ, ਫਿਰ ਮੈਟ੍ਰਿਕਸ ਵਾਲਾ ਚਲਾ ਕੇ ਵੇਖ ਲਾਂਗੇ। ਵੇਖੋ ਮੈਂ ਜਿਵੇਂ ਕਿਹਾ ਸੀਗਾ ਕਿ ਇਹ ਸਿਰਫ 4 ਵਾਰੀ ਪ੍ਰਿੰਟ ਕਰੇਗਾ। ਜਿੱਦਾਂ ਹੀ I5 ਹੋ ਗਿਆ ਤਾਂ ਇਹ ਬ੍ਰੇਕ ਮਤਲਬ ਇਸ ਲੂਪ ਤੋਂ ਬਾਹਰ ਆ ਗਿਆ, ਫॉर ਲੂਪ ਤੋਂ। ਠੀਕ ਹੈ, ਹੁਣ ਆਪਾਂ ਮੈਟ੍ਰਿਕਸ ਵਾਲੇ ਵੇਖ ਲੈਂਦੇ ਹਾਂ। ਮੈਟ੍ਰਿਕਸ ਵਾਲੇ ਲਈ ਇਹ ਜਿਵੇਂ system.out.println ਇੱਥੇ ਦਿੱਤਾ ਹੋਇਆ ਹੈ, ਠੀਕ ਹੈ, ਤੇ ਇਹ 6x6 ਦਾ ਮੈਟ੍ਰਿਕਸ ਪ੍ਰਿੰਟ ਕਰ ਦੇਗਾ। ਫਿਰ ਇੱਧਰ ਮੈਂ ਇੱਕ ਟੇਬਲ ਪ੍ਰਿੰਟ ਕਰ ਰਿਹਾ। ਟੇਬਲ ਦੇ ਵਿੱਚ ਮੈਂ ਜਾਣਦਾ ਕਿ ਇਹ 1 ਤੋਂ ਲੈ ਕੇ 10 ਤੱਕ ਦਾ ਟੇਬਲ ਪ੍ਰਿੰਟ ਕਰੇਗਾ। ਠੀਕ ਹੈ, 1 2 3 ਇੱਦਾਂ रो बाय रो ਹਰ ਇੱਕ ਨੰਬਰ ਦਾ ਟੇਬਲ ਇੱਕ ਰੋ ਵਿੱਚ ਪ੍ਰਿੰਟ ਕਰਦਾ ਜਾਏਗਾ। ਪਰ ਮੈਂ ਚਾਹੁੰਦਾ ਕਿ ਉਸ ਟੇਬਲ ਦੇ ਵਿੱਚ ਇਹ ਜਿਹੜੀ 8th ਵੈਲਿਊ ਹੈ, ਮਤਲਬ 8 16 ਜਾਂ 24, ਉਹ ਸਾਰੀ ਵੈਲਿਊ ਨਾ ਪ੍ਰਿੰਟ ਹੋਣ ਔਰ ਬਾਕੀ ਦਾ ਟੇਬਲ ਪ੍ਰਿੰਟ ਹੋਵੇ। ਤਾਂ ਮੈਂ ਇੱਥੇ ਕੰਟੀਨਿਊ ਯੂਜ਼ ਕਰਾਂਗਾ। ਮਤਲਬ ਕੰਟੀਨਿਊ ਦਾ ਮਤਲਬ ਹੁੰਦਾ ਹੈ ਕਿ ਇਹ ਉਹ ਆਈਟਰੇਸ਼ਨ ਨੂੰ ਐਗਜ਼ੀਕਿਊਟ ਨਹੀਂ ਕਰੇਗਾ, ਅਗਲੇ ਆਈਟਰੇਸ਼ਨ ਨੂੰ ਐਗਜ਼ੀਕਿਊਟ ਕਰੇਗਾ। ਔਰ ਮੈਂ ਚਾਹੁੰਦਾ ਕਿ ਇਹ ਟੇਬਲਸ ਮੈਂ ਹਾਲਾਂਕਿ 10 ਤੱਕ ਦਿੱਤੇ ਨੇ, ਪਰ ਮੈਂ ਸਿਰਫ 5 ਤੱਕ ਦੇ ਟੇਬਲ ਹੀ ਪ੍ਰਿੰਟ ਕਰਾਣੇ ਨੇ। ਤੇ ਮੈਂ ਇੱਥੇ I is greater than 5 ਕੀਤਾ, ਕਿਉਂਕਿ I ਬਾਹਰ ਵਾਲੇ ਲੂਪ ਦਾ ਵੇਰੀਏਬਲ ਹੈ। ਤੇ ਇਹ ਕੀ ਕਰੇਗਾ, ਪਹਿਲੇ 5 ਟੇਬਲ ਪ੍ਰਿੰਟ ਕਰੇਗਾ ਔਰ ਜਿਹੜਾ J ਹੈ ਉਹ ਇਨਰ ਲੂਪ ਦਾ ਵੇਰੀਏਬਲ ਹੈ। ਤੇ ਇਹ ਇਨਰ ਲੂਪ ਨੂੰ ਮਤਲਬ ਕੰਟੀਨਿਊ ਕਰੇਗਾ, ਉਸ ਸਟੇਟਮੈਂਟ ਨੂੰ ਐਗਜ਼ੀਕਿਊਟ ਨਾ ਕਰਕੇ ਅਗਲੇ ਸਟੇਟਮੈਂਟ ਤੇ ਕੰਟੀਨਿਊ ਕਰੇਗਾ। ਔਰ ਇਹ ਜਿਹੜਾ ਬ੍ਰੇਕ ਦਿੱਤਾ ਹੈ ਇਹ ਇਨਰ ਲੂਪ ਵਿੱਚ ਦਿੱਤਾ ਹੈ। ਠੀਕ ਹੈ, ਇਹ ਵਾਲਾ ਜਿਹੜਾ ਬ੍ਰੇਕ ਹੈ ਇਹ ਇਨਰ ਲੂਪ ਵਿੱਚ ਦਿੱਤਾ ਹੈ। ਤਾਂ ਇਹ J ਵਾਲੇ ਲੂਪ ਨੂੰ ਮਤਲਬ ਉੱਥੋਂ ਹੀ ਐਗਜ਼ਿਟ ਕਰ ਜਾਏਗਾ। ਤੇ ਇਹ ਆਪਾਂ ਚਲਾ ਕੇ ਵੇਖਾਂਗੇ ਤੇ ਹੋਰ ਸਮਝ ਆਏਗਾ। ਔਰ ਇੱਧਰ ਆਪਾਂ ਇਹ ਫॉर ਲੂਪ ਦਾ ਜਿਹੜਾ ਸਮ ਕਰ ਰਹੇ ਸੀ ਉਹ ਹੈ। ਠੀਕ ਹੈ, ਤੇ ਇਹਨੂੰ ਆਪਾਂ ਚਲਾ ਕੇ ਵੇਖਦੇ ਹਾਂ। ਹੁਣ ਇੱਧਰ ਕੀ ਕੀਤਾ ਆਪਾਂ, ਇਹ ਸਟਾਰਸ ਵਾਲਾ ਮੈਟ੍ਰਿਕਸ ਪ੍ਰਿੰਟ ਹੋਇਆ। ਠੀਕ ਹੈ, 6x6 ਦਾ। ਫਿਰ ਇਹ ਵੇਖੋ ਤੁਸੀਂ 8 16 24 ਇਹ ਸਾਰੀ 32 ਇਹ ਵੈਲਿਊਜ਼ ਪ੍ਰਿੰਟ ਨਹੀਂ ਹੋਈ। ਠੀਕ ਹੈ, ਇੱਥੇ 40 ਪ੍ਰਿੰਟ ਨਹੀਂ ਹੋਇਆ। ਔਰ ਇਹ ਜਿਹੜਾ ਹੈ 5 ਤੇ ਹੀ ਪ੍ਰਿੰਟ ਹੋਇਆ, 5 ਦੇ ਅੱਗੇ ਇਹਨੇ ਪ੍ਰਿੰਟ ਨਹੀਂ ਕੀਤਾ। ਠੀਕ ਹੈ, ਹੁਣ ਅੱਗੇ ਅਗਰ ਤੁਸੀਂ ਵੇਖੋ ਤਾਂ ਇਹ println ਪ੍ਰਿੰਟ ਹੋ ਰਿਹਾ ਹੈ। ਇਹ ਜਿਹੜਾ ਪ੍ਰਿੰਟ ਲਾਈਨ ਹੈ ਇਹ ਬਾਹਰ ਵਾਲੇ ਲੂਪ ਤੋਂ ਆ ਰਿਹਾ ਹੈ। ਮਤਲਬ ਆਪਾਂ ਇੱਧਰ ਤੇ ਬ੍ਰੇਕ ਦਿੱਤਾ ਹੋਇਆ ਹੈ ਤੇ ਇਹ ਇਨਰ ਲੂਪ ਨੂੰ ਬ੍ਰੇਕ ਕਰ ਦੇਗਾ, ਮਤਲਬ ਇਨਰ ਲੂਪ ਦੇ ਅੰਦਰ ਐਗਜ਼ੀਕਿਊਟ ਨਹੀਂ ਕਰੇਗਾ। ਪਰ ਬਾਹਰ ਵਾਲੇ ਲੂਪ ਦਾ system.out.println ਹਰ ਵਾਰੀ ਐਗਜ਼ੀਕਿਊਟ ਹੋ ਰਿਹਾ ਹੈ। ਤਾਂ ਇਹ ਜਿਹੜੇ ਮਤਲਬ 6 7 8 9 10 ਇਹ ਸਾਰੀ ਲਾਈਨਸ ਇੱਥੇ ਪ੍ਰਿੰਟ ਹੋ ਰਹੀਆਂ ਨੇ। ਔਰ ਫਿਰ ਉਸ ਤੋਂ ਬਾਅਦ ਇਹਨੇ ਇਹ ਜਿਹੜਾ ਸਮ ਆਪਾਂ ਦਿੱਤਾ ਸੀਗਾ ਨਮਸ, ਤੇ ਨਮਸ ਤੇ ਉੱਤੇ ਆਈਟਰੇਟ ਕੀਤਾ 1 2 3 4 5 ਤੇ। ਔਰ ਲਾਈਕ ਨਮ ਦੀ ਵੈਲਿਊ 1 2 3 4 ਫਿਰ 5 ਸਾਰੇ ਐਡ ਕੀਤੇ ਤੇ ਸਾਰਿਆਂ ਦਾ ਸਮ ਮੇਰੇ ਖਿਆਲ 15 ਹੋਏਗਾ। ਹਾਂ, ਤੇ ਸਮ 15 ਉਹਨੇ ਪ੍ਰਿੰਟ ਕਰ ਦਿੱਤਾ। ਹੁਣ ਆਪਾਂ ਵਾਈਲ ਲੂਪ ਦਾ ਡੈਮੋ ਵੇਖਦੇ ਹਾਂ। ਵਾਈਲ ਲੂਪ ਦੇ ਵਿੱਚ ਆਪਾਂ ਯੂਜ਼ਰ ਤੋਂ ਇਨਪੁਟ ਲੈ ਰਹੇ ਹਾਂ, ਇਸ ਲਈ ਆਪਾਂ ਸਕੈਨਰ ਇੱਕ ਆਬਜੈਕਟ ਬਣਾ ਰਹੇ ਹਾਂ ਸਕੈਨਰ ਕਲਾਸ ਦਾ। ਠੀਕ ਹੈ, ਤੇ ਇੱਥੇ ਜਦੋਂ ਤੱਕ ਯੂਜ਼ਰ -1 ਐਂਟਰ ਨਹੀਂ ਕਰੇਗਾ ਉਦੋਂ ਤੱਕ ਆਪਾਂ ਨੰਬਰ ਐਂਟਰ ਕਰਾਉਂਦੇ ਜਾਵਾਂਗੇ ਔਰ ਉਹ ਨੰਬਰਾਂ ਦਾ ਫਿਰ ਸਮ ਕਰਦੇ ਜਾਵਾਂਗੇ। ਔਰ ਜੇ ਨੰਬਰ -1 ਪ੍ਰਿੰਟ ਕਰ ਦਿੱਤਾ, -1 ਐਂਟਰ ਕਰ ਦਿੱਤਾ, ਤਾਂ ਉਹਨੂੰ ਆਪਾਂ ਐਡ ਨਹੀਂ ਕਰਨਾ ਹੈ। ਠੀਕ ਹੈ, ਇੱਦਾਂ ਹੀ ਡੂ ਵਾਈਲ ਤੇ ਡੂ ਵਿੱਚ ਆਪਾਂ ਇਹ ਇੱਕ ਵਾਰੀ ਜ਼ਰੂਰ ਪ੍ਰਿੰਟ ਹੋਏਗਾ। ਠੀਕ ਹੈ, ਇੱਧਰ ਜੇ ਮੈਂ ਨੰਬਰ ਨੂੰ ਹੀ -1 ਇਨੀਸ਼ੀਅਲਾਈਜ਼ ਕਰ ਦੇਵਾਂ ਤਾਂ ਇਹ ਵਾਈਲ ਲੂਪ ਦੇ ਅੰਦਰ ਹੀ ਨਹੀਂ ਜਾਏਗਾ। ਠੀਕ ਹੈ, ਇਹ ਫਰਕ ਹੈ। ਮਤਲਬ ਇੱਧਰ ਡੂ ਵਿੱਚ ਇਹ ਤਾਂ ਐਗਜ਼ੀਕਿਊਟ ਹੋਏਗਾ ਹੀ ਹੋਏਗਾ, ਮਤਲਬ ਐਟਲੀਸਟ ਐਗਜ਼ੀਕਿਊਟ ਵਨਸ ਹੈ। ਔਰ ਚੋਇਸ ਆਪਾਂ ਇੱਥੇ ਇਨੀਸ਼ੀਅਲਾਈਜ਼ ਕਰ ਰਹੇ ਹਾਂ। ਠੀਕ ਹੈ, ਮਤਲਬ ਚੋਇਸ ਦੀ ਵੈਲਿਊ ਜੋ ਵੀ ਯੂਜ਼ਰ ਇਨਪੁਟ ਦੇ ਰਿਹਾ ਹੈ, ਜੇ ਤਾਂ ਉਹਨੇ 1 2 ਜਾਂ 3 ਕੋਈ ਵੀ ਆਪਸ਼ਨ ਸਿਲੈਕਟ ਨਹੀਂ ਕੀਤਾ ਤਾਂ ਆਪਾਂ ਇਨਵੈਲਿਡ ਚੋਇਸ ਪ੍ਰਿੰਟ ਕਰਾਵਾਂਗੇ ਔਰ ਵਾਈਲ ਲੂਪ ਚੱਲਦਾ ਰਹੇਗਾ, ਯੂਜ਼ਰ ਤੋਂ ਇਨਪੁਟ ਲੈਂਦਾ ਰਹੇਗਾ। ਜੇ ਯੂਜ਼ਰ ਨੇ 1 2 ਜਾਂ 3 ਵਿੱਚੋਂ ਕੋਈ ਇੱਕ ਆਪਸ਼ਨ ਦਿੱਤਾ ਤਾਂ ਆਪਾਂ ਇਹਨੂੰ ਐਗਜ਼ਿਟ ਕਰ ਦੇਵਾਂਗੇ। ਹੁਣ ਮੈਂ ਇੱਥੇ ਮੈਂ ਨੰਬਰ ਨੂੰ -1 ਕਰ ਦਿੱਤਾ ਹੈ ਤਾਂ ਇਹ ਵਾਈਲ ਲੂਪ ਐਗਜ਼ੀਕਿਊਟ ਹੀ ਨਹੀਂ ਹੋਏਗਾ। ਠੀਕ ਹੈ, ਇੱਥੇ ਟੋਟਲ ਸਮ 0 ਪ੍ਰਿੰਟ ਹੋਣਾ ਚਾਹੀਦਾ ਹੈ। ਔਰ ਉਸ ਤੋਂ ਬਾਅਦ ਹੈ ਆਪਣੇ ਇਨਪੁਟ ਲਈ ਵੇਟ ਕਰ ਰਿਹਾ। ਲੈਟਸ ਸੇ ਮੈਂ 3 ਪਾ ਦਿੰਦਾ, ਐਗਜ਼ਿਟ ਹੀ ਕਰ ਦਿੰਦੇ ਹਾਂ। ਤੇ ਇਹ ਮਤਲਬ ਹੁਣ ਜੇ ਮੈਂ ਨੰਬਰ ਨੂੰ 0 ਤੇ ਇਨੀਸ਼ੀਅਲਾਈਜ਼ ਕਰਾਂ ਤਾਂ ਹੀ ਵਾਈਲ ਲੂਪ ਐਗਜ਼ੀਕਿਊਟ ਕਰੇਗਾ। ਇਹ ਫਰਕ ਹੈ ਵਾਈਲ ਔਰ ਡੂ ਵਾਈਲ ਵਿੱਚ। ਇਹ ਹੁਣ ਨੰਬਰ ਆਪਾਂ 0 ਬਣਾ ਦਿੱਤਾ ਹੈ ਤਾਂ ਇਹ ਲੈਟਸ ਸੇ 2 ਐਂਟਰ ਕੀਤਾ। ਠੀਕ ਹੈ, 2 3
4 ਇਹ ਇਹਨਾਂ ਤਿੰਨਾਂ ਦਾ ਸਮ ਕਰੇਗਾ ਔਰ ਹੁਣ ਮੈਂ -1 ਪਾ ਦਿੰਦਾ ਤੇ ਤਿੰਨਾਂ ਦਾ ਸਮ 2 3 4 ਦਾ 9 ਹੋ ਗਿਆ ਔਰ ਇੱਧਰ ਹੈ ਡੂ ਵਾਈਲ ਵਾਲਾ ਐਗਜ਼ੀਕਿਊਟ ਹੋਇਆ, ਇਹਦੇ ਵਿੱਚ ਮੈਂ 2 ਸਿਲੈਕਟ ਕਰ ਦਿੱਤਾ ਤੇ ਉਹਨੇ ਇਨਪੁਟ ਆਊਟਪੁੱਟ ਦੇ ਦਿੱਤਾ ਯੋਰ ਸਿਲੈਕਟਡ ਆਪਸ਼ਨ ਇਜ਼ 2। ਠੀਕ ਹੈ, ਤੇ ਮੈਂ ਸਮਝਦਾ ਤੁਹਾਨੂੰ ਇਹ ਮੇਰੀ ਗੱਲਾਂ ਸਮਝ ਆਈ ਹੋਣਗੀਆਂ। ਤੇ ਹੁਣ ਆਪਾਂ ਅਗਲੇ ਵੀਡੀਓ ਵਿੱਚ ਮਿਲਾਂਗੇ ਡੇਟਾ ਟਾਈਪਸ ਦੇ ਵਿੱਚ। ਠੀਕ ਹੈ, ਜਾਵਾ ਵਿੱਚ ਡੇਟਾ ਟਾਈਪਸ ਕਿੱਦਾਂ ਕੰਮ ਕਰਦੇ ਨੇ। ਜੇ ਤੁਹਾਨੂੰ ਇਹ ਵੀਡੀਓ ਅੱਛਾ ਲੱਗਿਆ ਹੈ ਤਾਂ ਇਹਨੂੰ ਲਾਈਕ ਕਰੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਤੁਹਾਡੇ ਸ਼ੇਅਰ ਕਰਨ ਨਾਲ ਮੈਨੂੰ ਮੋਟੀਵੇਸ਼ਨ ਮਿਲੇਗਾ। ਔਰ ਜੇ ਕੋਈ ਚੀਜ਼ ਸਮਝ ਨਹੀਂ ਆ ਰਹੀ ਹੈ ਜਾਂ ਪਸੰਦ ਨਹੀਂ ਆ ਰਹੀ ਹੈ ਤਾਂ ਪਲੀਜ਼ ਕਮੈਂਟਸ ਵਿੱਚ ਆਪਣਾ ਫੀਡਬੈਕ ਜ਼ਰੂਰ ਦਿਓ। ਤੁਹਾਡਾ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ।